ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਦੀਨ ਦੁਨੀਆ ਦੇ ਵਾਲੀ ਤਾਕਤ ਚਬਰ ਛਤਰ ਦੇ ਮਾਲਿਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜ ਬੈਠੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ। ਮੁੱਖ ਰਸਨਾ ਦੀ ਪਵਿੱਤਰਤਾ ਵਾਸਤੇ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਗੁਰਦੇਵ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੁਆ ਦਾ ਆਪਾਂ ਸਾਂਝ ਪਾਈਏ। ਕੋਈ ਰਸਨਾ ਵਾਂਝੀ ਨਾ ਰਹੇ, ਉੱਤਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵਡਭਾਗੀ ਹੋ ਆਪ ਜੋ ਘਰਾਂ ਦੇ ਕੰਮਾਂ ਕਾਰਾਂ ਦਾ ਤਿਆਗ ਕਰਕੇ ਜੋ ਹਰ ਸਾਲ ਸਾਡੇ ਅਤਿ ਸਤਿਕਾਰਯੋਗ ਸਵਰਗਵਾਸੀ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ, ਜਿਨ੍ਹਾਂ ਨੇ ਰਾਗਾਂ ਵਿੱਚ ਕੀਰਤਨ ਦੀ ਜੋ ਪਰੰਪਰਾ ਅਲੋਪ ਹੋ ਰਹੀ ਸੀ ਉਸ ਨੂੰ ਮੁੜ ਦੁਬਾਰਾ ਸੁਰਜੀਤ ਕਰਨ ਵਾਸਤੇ ਬੀੜਾ ਚੁੱਕਿਆ ਔਰ ਆਪਣੇ ਜੀਵਨ ਵਿੱਚ ਇਸ ਰਾਗਾਂ ਵਿੱਚ ਕੀਰਤਨ ਨੂੰ ਬੁਲੰਦੀਆਂ 'ਤੇ ਛੋਹਣਾ ਕੀਤਾ। ਉਹਨਾਂ ਤੋਂ ਉਪਰੰਤ ਉਹਨਾਂ ਦੇ ਅਨੁਯਾਈ ਸੰਤ ਬਾਬਾ ਅਮੀਰ ਸਿੰਘ ਜੀ ਜਵੱਦੀ ਟਕਸਾਲ ਵਾਲੇ ਔਰ ਉਸੇ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਹਰ ਸਾਲ ਇਹ ਰਾਗਾਂ ਵਿੱਚ ਨਿਰਧਾਰਤ ਰਾਗਾਂ ਵਿੱਚ ਕੀਰਤਨ ਅਤੇ ਜੋ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਆਪ ਸੰਗਤਾਂ ਨੂੰ ਸਰਵਣ ਕਰਵਾਉਣਾ ਕੀਤਾ। ਜਿੰਨਾ ਸਮਾਂ ਵੀ ਆਪਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ ਦੀ ਕਾਰ ਕੀਤੀ ਹੈ, ਇਹ ਸਾਡੇ ਜੀਵਨ ਦਾ ਕਾਲ ਸਾਡੇ ਜੀਵਨ ਦਾ ਸਮਾਂ ਸਫਲਾ ਹੋਇਆ ਹੈ। ਔਰ ਜੋ ਆਪਾਂ ਮੂਲ ਮੰਤਰ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸਰਵਣ ਕੀਤੇ ਆ ਕਿ ਉਹ ਪ੍ਰਮਾਤਮਾ ਇੱਕ ਹੈ, ਉਹਦਾ ਨਾਮ ਸਤ ਹੈ, ਸਾਰਿਆਂ ਦਾ ਕਰਤਾ ਹੈ, ਸਾਰਿਆਂ ਵਿੱਚ ਰਮਿਆ ਹੋਇਆ, ਉਹਨੂੰ ਕਿਸੇ ਦਾ ਡਰ ਨਹੀਂ, ਉਹਦਾ ਕਿਸੇ ਦੇ ਨਾਲ ਵੈਰ ਨਹੀਂ, ਕਾਲ ਤੋਂ ਰਹਿਤ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਉਹਦਾ ਕੋਈ ਮਾਤਾ ਪਿਤਾ ਨਹੀਂ, ਸੁਤੇ ਪ੍ਰਕਾਸ਼ ਹੈ। ਜਦ ਸੰਸਾਰ ਨਹੀਂ ਸੀ ਬਣਿਆ ਤਦੋਂ ਵੀ ਪਰਮੇਸ਼ਰ ਦੀ ਹੋਂਦ ਸਤ ਸੀ। ਜਦੋਂ ਪ੍ਰਮਾਤਮਾ ਨੇ ਜਬ ਉਦ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੀ ਅਪਾਰਾ ਦੀ ਖੇਡ ਰਚ ਦਿੱਤੀ, ਤਦੋਂ ਵੀ ਪ੍ਰਮਾਤਮਾ ਸੱਚ ਸੀ, ਹੁਣ ਵੀ ਸੱਚ ਹੈ। ਤੇ ਜਿਸ ਵੇਲੇ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਦੀ ਪਰਮਾਤਮਾ ਨੇ ਖੇਡ ਸੰਕੋਚ ਲੈਣੀ ਹੈ, ਤਦੋਂ ਵੀ ਪਰਮਾਤਮਾ ਨੇ ਸੱਚ ਰਹਿਣਾ ਹੈ। ਔਰ ਐਸੇ ਗੁਣਾਂ ਵਾਲੇ ਸਮਗਰ ਗੁਣਾਂ ਦੇ ਮਾਲਕ ਨੂੰ ਆਪਾਂ ਨੇ ਵਾਹਿਗੁਰੂ ਗੁਰਮੰਤਰ ਦੁਆਰਾ ਜਪ ਕਰਕੇ ਆਪਣੇ ਜੀਵਨ ਦੇ ਕਾਲ ਨੂੰ ਸਫਲਾ ਕੀਤਾ। ਧੰਨਤਾ ਦੇ ਯੋਗ ਹੋ, ਕਿਉਂਕਿ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ ਵਿਚਾਰਦੇ ਹਾਂ ਇੱਕੋ ਤੱਤ ਸਾਰ ਗੱਲ ਸਾਹਮਣੇ ਆਉਂਦੀ ਆ ਕਿ ਨਾਨਕ ਕੈ ਘਰ ਕੇਵਲ ਨਾਮ, ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਹੀ ਸਰਣਾ।
ਔਰ ਇੱਕੋ ਹੀ ਹੁਕਮ ਹੈ, ਏਕੋ ਹੁਕਮ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਔਰ ਇਸ ਹੁਕਮ ਨੂੰ ਕਮਾਉਣ ਵਾਸਤੇ ਬਾਰੰਬਾਰ ਸਤਿਗੁਰਾਂ ਨੇ ਤਕੀਦ ਕੀਤੀ ਹੈ ਕਿ ਆ ਜਗਿਆਸੂ, ਜੇ ਤੂੰ ਆਪਣੀ ਕਲਿਆਣ ਚਾਹੁੰਦਾ ਹੈ, ਏਕੋ ਜਪ ਏਕੋ ਸਾਲਾਹਾ, ਏਕ ਸਿਮਰ ਏਕੋ ਮਨ ਆਹਾ, ਏਕ ਸਕੇ ਗੁਣ ਗਾਓ ਅਨੰਤ, ਬੰਤਨ ਜਾਪ ਏਕ ਭਗਵੰਤ। ਸਾਡੇ ਜੀਵਨ ਦਾ ਲਕਸ਼ ਵੀ ਇਹੀ ਆ, ਭਈ ਪ੍ਰਾਪਤ ਮਾਨੁਖ ਦੀ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤਾ ਨ ਕਾਮ। ਕੰਮ ਆਉਣ ਵਾਲੀ ਵਸਤੂ ਕਿਹੜੀ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਤਾਂ ਤੇ ਜੋ ਪ੍ਰਮਾਤਮਾ ਦਾ ਨਾਮ ਹੈ, ਇਹਦੀ ਅੱਜ ਤੱਕ ਨਾ ਕੋਈ ਕੀਮਤ ਪਾ ਸਕਿਆ, ਨਾ ਕੋਈ ਪਾਈ ਸਕੇਗਾ। ਸਤਿਗੁਰਾਂ ਨੇ ਗੁਰਬਾਣੀ ਅੰਦਰ ਨਿਰਣਾ ਕਰ ਦਿੱਤਾ ਕਿ ਨਾਮੇ ਕੀ ਕੀਮਤ ਮਿਤ ਕਹੀ ਨਾ ਜਾਏ। ਨਾਮ ਦੀ ਨਾ ਤਾਂ ਮਹਾਨਤਾ ਦਰਸਾਈ ਜਾ ਸਕਦੀ ਹੈ, ਨਾ ਨਾਮ ਦੀ ਮਹਾਨਤਾ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਇਹ ਤਾਂ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਬਸ ਇਹ ਜਪਣ ਦਾ ਵਿਸ਼ਾ। ਔਰ ਜੋ ਜਪ ਕੇ ਨਾਮ ਦੇ ਰਸ ਨੂੰ ਮੰਨ ਲੈਂਦਾ ਹੈ, ਫਿਰ ਉਹ ਦੱਸ ਵੀ ਨਹੀਂ ਸਕਦਾ। ਔਰ ਜਿਹੜਾ ਉਸ ਨਾਮ ਦੇ ਰਸ ਨੂੰ ਦੱਸਦਾ ਹੈ, ਤੇ ਬਾਬਾ ਕਬੀਰ ਜੀ ਨੇ ਕਹਿਣਾ ਕੀਤਾ ਕਿ ਸਮਝੋ ਉਸ ਨੂੰ ਅਜੇ ਨਾਮ ਦਾ ਰਸ ਪ੍ਰਾਪਤ ਨਹੀਂ ਹੋਇਆ। ਨਾਮ ਨੂੰ ਦਰਸਾਇਆ ਨਹੀਂ ਜਾ ਸਕਦਾ, ਨਾਮ ਨੂੰ ਜਪਿਆ ਜਾ ਸਕਦਾ, ਜਪ ਕੇ ਉਹਦਾ ਆਨੰਦ ਮਾਣਿਆ ਜਾ ਸਕਦਾ। ਔਰ ਬਾਬਾ ਕਬੀਰ ਜੀ ਨੂੰ ਪੁੱਛਣਾ ਵੀ ਕੀਤਾ ਕਿ ਤੁਸੀਂ ਕਹਿੰਦੇ ਹੋ ਨਾਮ ਜਪਣ ਦੇ ਨਾਲ ਬੜਾ ਆਨੰਦ ਮਿਲਦਾ, ਬੜੀ ਇਸੇ ਪ੍ਰਕਾਰ ਖੁਸ਼ੀ ਅਤੇ ਪ੍ਰਸੰਨਤਾ ਮਿਲਦੀ ਹੈ। ਵਿਕਾਸ ਦੀ ਅਵਸਥਾ ਵਿੱਚ ਮਨੁੱਖ ਚਲਾ ਜਾਂਦਾ ਹੈ। ਸੰਸਾਰ ਦਾ ਕੋਈ ਉਪਮਾਨ ਦਰਸਾ ਕੇ ਉਹਦੇ ਨਾਲ ਸਦਰਸ਼ਤਾ ਕਰਕੇ ਦੱਸੋ ਕਿ ਨਾਮ ਦਾ ਰਸ ਕਿਹੋ ਜਿਹਾ ਹੈ। ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਹਿ ਦਿੱਤਾ ਕਿ ਇਸ ਸੰਸਾਰ ਦੇ ਲੋਕੋ, ਇੱਕ ਪਾਸੇ ਤੁਸੀਂ ਨਾਮ ਦੀ ਗੱਲ ਕਰਦੇ ਹੋ, ਮੈਂ ਤੁਹਾਨੂੰ ਇੱਕ ਸਵਾਲ ਕਰਦਾ ਹਾਂ। ਤੁਸੀਂ ਕੋਈ ਗੂੰਗਾ ਮਨੁੱਖ ਮੇਰੇ ਪਾਸ ਲੈ ਆਓ, ਮੈਂ ਉਸ ਨੂੰ ਗੁੜ ਖਵਾਵਾਂਗਾ ਜਾਂ ਮਿੱਠੀ ਸਵਾਦੀਕ ਚੀਜ਼ ਖਿਲਾ ਦੇਵਾਂਗਾ। ਉਸ ਨੂੰ ਉਸ ਮਿੱਠੀ ਚੀਜ਼ ਦੇ ਸਵਾਦ ਦਾ ਬੋਲ ਕੇ ਦੱਸਣ ਵਾਸਤੇ ਕਹਿਓ। ਕਹਿਣਾ ਕੀਤਾ, ਮਹਾਰਾਜ ਉਹਦੀ ਜ਼ੁਬਾਨ ਨਹੀਂ ਕੰਮ ਕਰਦੀ, ਉਹ ਦੱਸ ਨਹੀਂ ਸਕਦਾ। ਤਾਂ ਤੇ ਬਾਬਾ ਕਬੀਰ ਜੀ ਵੀ ਕਹਿਣ ਲੱਗੇ ਕਿ ਜੋ ਪ੍ਰਮਾਤਮਾ ਦੇ ਨਾਮ ਦਾ ਰਸ ਮਿਲਦਾ, ਉਹਨੂੰ ਦੱਸਣ ਵਾਸਤੇ ਵੀ ਜ਼ੁਬਾਨ ਨਹੀਂ, ਉਹ ਕੇਵਲ ਅਨੁਭਵ ਦਾ ਵਿਸ਼ਾ ਹੈ। ਤੇ ਪ੍ਰਮਾਣ ਕੀਤਾ, ਕਬੀਰ ਚਰਨ ਕਮਲ ਕੀ ਮੌਜ ਕਉ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਔਰ ਜਿਨ੍ਹਾਂ ਨੂੰ ਨਾਮ ਦਾ ਰਸ ਆਇਆ, ਉਹਨਾਂ ਨੇ ਕੁਛ ਕੁ ਸੰਸਾਰ ਦੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜੋ ਬਹੁਤ ਮਿੱਠੀਆਂ, ਅੰਮ੍ਰਿਤਮਈ ਹੈ। ਪਰ ਅਖੀਰ ਵਿੱਚ ਗਿਣਨ ਤੋਂ ਉਪਰੰਤ ਫਿਰ ਕਹਿ ਦਿੱਤਾ ਕਿ ਨਾਮ ਦਾ ਜੋ ਰਸ ਹੈ, ਜੋ ਨਾਮ ਦਾ ਸਵਾਦ ਹੈ, ਜੋ ਨਾਮ ਦਾ ਆਨੰਦ ਹੈ, ਉਹ ਇਹ ਵਸਤੂਆਂ ਉਹਦੀ ਸਦਰਸ਼ਤਾ ਨਹੀਂ ਕਰ ਸਕਦੀਆਂ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਕੇਵਲ ਨਾਮ ਜਿਹੜਾ ਇੱਕ ਵਾਰੀ, ਇੱਕ ਬਹੁਤ ਵੱਡਾ ਇਕੱਠ ਸੀ, ਕਾਨਫਰੰਸ ਸੀ। ਉਸ ਵੇਲੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਉਹ ਵੀ ਸਟੇਜ 'ਤੇ ਸੁਸ਼ੋਭਿਤ ਸਨ, ਔਰ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਸਟੇਜ ਦੀ ਜੋ ਕਾਰਗੁਜ਼ਾਰੀ ਨਿਭਾ ਰਹੇ ਸਨ। ਉਹਨਾਂ ਨੇ ਸੰਗਤ ਨੂੰ ਬੇਨਤੀ ਕੀਤੀ
ਕਿ ਹੁਣ ਆਪ ਜੀ ਨੂੰ ਮਹਾਂਪੁਰਖਾਂ ਦਾ ਨਾਮ ਲੈ ਕੇ ਕਿ ਨਾਮ ਦੇ ਪਰਥਾਏ ਕੁਝ ਵਿਆਖਿਆ ਕਰਕੇ ਦੱਸਣਗੇ, ਦਰਸਾਉਣਗੇ। ਮਹਾਂਪੁਰਖਾਂ ਨੇ ਹੁਕਮ ਮੰਨਿਆ, ਖੜੇ ਹੋ ਗਏ। ਮਿੰਟ 2 ਮਿੰਟ ਅੱਖਾਂ 'ਚੋਂ ਨੀਰ ਚੱਲਣ ਲੱਗ ਪਿਆ। ਅਖੀਰ ਵਿੱਚ ਹੱਥ ਜੋੜ ਕੇ ਫਤਿਹ ਬੁਲਾ ਦਿੱਤੀ। ਕਹਿਣ ਲੱਗੇ, ਸਾਧ ਸੰਗਤ ਜੀ, ਨਾਮ ਦੀ ਨਾ ਵਿਆਖਿਆ ਹੋ ਸਕਦੀ ਹੈ, ਨਾ ਨਾਮ ਦੀ ਕੀਮਤ ਦਰਸਾਈ ਜਾ ਸਕਦੀ ਹੈ, ਨਾ ਨਾਮ ਦੇ ਨਾਲ ਕੋਈ ਸੰਸਾਰ ਦੀ ਵਸਤੂ ਦੀ ਤੁਲਨਾ ਕੀਤੀ ਜਾ ਸਕਦੀ ਹੈ। ਬਸ ਨਾਮ ਨੂੰ ਦਰਸਾਇਆ ਨਹੀਂ ਜਾ ਸਕਦਾ, ਨਾਮ ਨੂੰ ਜਪਿਆ ਜਾ ਸਕਦਾ। ਬਸ ਜੋ ਜਪ ਲੈਂਦਾ ਉਹ ਫਿਰ ਦੱਸਣ ਤੋਂ ਅਸਮਰੱਥ ਹੋ ਜਾਂਦਾ। ਇੱਕ ਭੀਖਾ ਭਗਤ ਜੀ ਹੋਏ ਆ, ਉਹਨਾਂ ਨੇ ਵੀ ਗੁਰਬਾਣੀ ਦੇ ਅਨੁਸਾਰ ਇੱਕ ਦੋਹਰਾ ਲਿਖਣਾ ਕੀਤਾ। ਉਹਨਾਂ ਨੇ ਫਰਮਾਨ ਕੀਤਾ ਕਿ ਜੋ ਲੋਕਾਂ ਨੂੰ ਦੱਸਦਾ ਕਿ ਨਾਮ ਦਾ ਰਸ ਇਹੋ ਜਿਹਾ ਹੁੰਦਾ, ਇੱਦਾਂ ਦਾ ਹੁੰਦਾ, ਸਮਝੋ ਉਸ ਨੂੰ ਕੁਛ ਵੀ ਪ੍ਰਾਪਤ ਨਹੀਂ ਹੋਇਆ। ਜਿਸ ਨੂੰ ਪ੍ਰਮਾਤਮਾ ਦਾ ਨਾਮ ਰਸ ਪ੍ਰਾਪਤ ਹੋ ਜਾਂਦਾ ਉਹ ਫਿਰ ਬੋਲ ਕੇ ਦੱਸ ਨਹੀਂ ਸਕਦਾ। ਉਹਨਾਂ ਨੇ ਫਰਮਾਨ ਕੀਤਾ, ਭੀਖਾ ਬਾਤ ਅਗੰਮ ਕੀ, ਕਹਿਣ ਸੁਣਨ ਮੈਂ ਨਾਹੇ, ਜੋ ਜਾਣੇ ਸੋ ਕਹੇ ਨਾਹੇ, ਕਹੇ ਸੋ ਜਾਣੇ ਨਾਹੇ। ਜਿਵੇਂ ਬਾਬਾ ਕਬੀਰ ਜੀ ਨੇ ਫਰਮਾਨ ਕੀਤਾ, ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੌ ਕੁਬਹੂ ਨਾ ਡੋਲੇ। ਤਾਂ ਤੇ ਜਦੋਂ ਭਰ ਜਾਂਦਾ ਹੈ ਘੜਾ, ਫਿਰ ਜਿੰਨੇ ਮਰਜ਼ੀ ਠਣਕਾਰ ਮਾਰੀਏ ਉਂਗਲ ਦੇ ਨਾਲ, ਉਹਦੇ ਵਿੱਚੋਂ ਆਵਾਜ਼ ਨਹੀਂ ਆਉਂਦੀ, ਚੁੱਪ ਹੋ ਜਾਂਦਾ, ਨਾਮ ਦੇ ਰਸ ਵਿੱਚ ਗੜੂੰਦ ਹੋ ਜਾਂਦਾ। ਪਰ ਫਿਰ ਵੀ ਇਸ ਨਾਮ ਦਾ ਰਸ ਜਿਨ੍ਹਾਂ ਨੂੰ ਆ ਜਾਂਦਾ ਉਹ ਲੁਕੋਇਆ ਲੁਕਦਾ ਵੀ ਨਹੀਂ ਗਾ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ। ਗੁੱਜਾ ਲੱਦਮ ਲਾਲ, ਮੱਥੇ ਹੀ ਪ੍ਰਗਟ ਥੀਆ। ਉਦਾਹਰਨਾਂ ਸਤਿਗੁਰਾਂ ਨੇ ਬੜੀਆਂ ਕਮਾਲ ਦੀਆਂ ਦਿੱਤੀਆਂ। ਕਹਿੰਦੇ ਜਿਸ ਤਰ੍ਹਾਂ ਕਿਸੇ ਦੀ ਗਠੜੀ ਦੇ ਵਿੱਚ ਕੋਈ ਕੀਮਤੀ ਲਾਲ ਹੋਵੇ, ਬੜਾ ਲੁਕੋ ਕੇ ਛੁਪੋ ਕੇ ਉਸਨੇ ਰੱਖਿਆ ਹੋਵੇ, ਪਰ ਉਹਦੇ ਮੱਥੇ ਦੀ ਆਭਾ ਹੀ ਦੱਸਦੀ ਆ ਕਿ ਇਹਦੇ ਪਾਸ ਬਹੁਤ ਸਾਰਾ ਧਨ ਹੈ, ਬਹੁਤ ਸਾਰਾ ਇਹ ਅਮੀਰ ਬੰਦਾ ਹੈ। ਇਸੇ ਪ੍ਰਕਾਰ ਜਿਹਦੇ ਹਿਰਦੇ ਵਿੱਚ ਨਾਮ ਹੈ ਉਹਨੂੰ ਦੱਸਣਾ ਨਹੀਂ ਪੈਂਦਾ, ਉਹਦੇ ਚੇਨ ਚੱਕਰ ਤੇ ਮੱਥੇ ਦੀ ਆਭਾ ਹੀ ਦੱਸਦੀ ਆ ਕਿ ਨਾਮ ਦੇ ਨਾਲ ਜੁੜਿਆ ਹੋਇਆ। ਨਾਮ ਤੇ ਨਾਮੀ ਅਭੇਦ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਸਵਈਆ ਯਤਨ ਕੀਤਾ, ਉਹਨਾਂ ਨੇ ਨਾਮ ਦੀ ਮਹਾਨਤਾ ਦਰਸਾਉਣ ਦਾ। ਮੈਂ ਕੇਵਲ ਇੱਕ ਸਵਈਆ ਇਹਦੀ ਥੋੜ੍ਹੀ ਜਿਹੀ ਵਿਆਖਿਆ ਕਰਕੇ ਸਮਾਪਤੀ ਕਰਨੀ ਆ, ਕਿਉਂਕਿ ਸਮਾਂ ਆਪਣੀ ਤੋਰ ਤੁਰਿਆ ਜਾ ਰਿਹਾ। ਭਾਈ ਸਾਹਿਬ ਜੀ ਦੀ ਬਾਣੀ ਦਾ ਗੁਣ ਹੈ, ਉਹਨਾਂ ਨੇ ਕੋਈ ਵੀ ਗੁਰਮਤਿ ਦੀ ਸਿਧਾਂਤ, ਗੁਰਮਤਿ ਦੀ ਗੱਲ ਸਾਨੂੰ ਦ੍ਰਿੜ ਕਰਵਾਉਣੀ ਹੁੰਦੀ ਆ, ਉਸ ਤੋਂ ਪਹਿਲਾਂ ਘੱਟੋ ਘੱਟ 3 ਉਦਾਹਰਨਾਂ ਜ਼ਰੂਰ ਸੰਸਾਰ ਦੀਆਂ ਦਿੰਦੇ ਆ। ਕਈ ਸਵਈਏ ਜਾਂ 12 ਐਸੀਆਂ ਹਨ ਜਿਨ੍ਹਾਂ ਵਿੱਚ 8-8, 10 ਉਦਾਹਰਨਾਂ ਵੀ ਦਿੰਦੇ ਆ। ਜਦੋਂ ਆਪਾਂ ਉਹਨਾਂ ਉਦਾਹਰਨਾਂ ਨੂੰ ਵਾਚਦੇ ਹਾਂ ਜੋ ਸਾਡੇ ਅੱਖਾਂ ਸਾਹਮਣੇ ਬੀਤਦੀਆਂ, ਕੰਨਾਂ ਨਾਲ ਸੁਣਦੇ ਹਾਂ, ਹੱਡੀ ਵਰਤਦੀਆਂ, ਸਾਡਾ ਮਨ ਤਿਆਰ ਹੋ ਜਾਂਦਾ। ਫਿਰ ਭਾਈ ਸਾਹਿਬ ਆਖਰੀ ਪੰਕਤੀ ਵਿੱਚ ਗੁਰਮਤਿ ਦੀ ਗੱਲ ਦ੍ਰਿੜ ਕਰਵਾ ਦਿੰਦੇ ਆ। ਭਾਈ ਸਾਹਿਬ ਜੀ ਨੇ ਪਹਿਲੀ ਉਦਾਹਰਨ ਦਿੱਤੀ ਆ ਹੀਰੇ ਦੀ। ਕਹਿੰਦੇ ਹੀਰਾ ਜਿਹੜਾ ਉਹਦਾ ਆਕਾਰ ਬੜਾ ਛੋਟਾ ਜਿਹਾ ਹੁੰਦਾ, ਕੋਈ ਕਿਲੋਆਂ ਜਾਂ 10 ਕਿਲੋ ਦਾ ਨਹੀਂ ਹੁੰਦਾ, ਛੋਟਾ ਜਿਹਾ ਹੀਰੇ ਦਾ ਆਕਾਰ ਹੁੰਦਾ, ਪਰ ਆਮ ਮਨੁੱਖ ਉਹਦੀ ਕਦਰ ਨਹੀਂ ਪਾ ਸਕਦਾ, ਉਹਦੀ ਕੀਮਤ ਨਹੀਂ ਪਾ ਸਕਦਾ। ਸਾਡੇ ਮੋਹਰੇ ਵੀ ਕੋਈ ਹੀਰਾ ਰੱਖ ਦੇਵੇ, ਸਾਡੇ ਵਾਸਤੇ ਇੱਕ ਚਮਕੀਲਾ ਜਿਹਾ ਪੱਥਰ ਹੈ, ਪਰ ਉਹੀ ਚਮਕੀਲਾ ਜਿਹਾ ਪੱਥਰ ਜੇ ਮਨੁੱਖ ਜੌਹਰੀ ਦੀ ਦੁਕਾਨ ਉੱਤੇ ਜਾ ਕੇ ਉਹਦਾ ਮੁੱਲ ਪਵਾਵੇ, ਲੱਖਾਂ ਕਰੋੜਾਂ ਰੁਪਏ ਉਸ ਛੋਟੇ ਜਿਹੇ ਹੀਰੇ ਦਾ ਮੁੱਲ ਪੈਂਦਾ, ਘਰ-ਬਾਰ ਦੌਲਤ ਦੇ ਨਾਲ ਭਰ ਜਾਂਦਾ। ਦੂਸਰੀ ਭਾਈ ਸਾਹਿਬ ਨੇ ਉਦਾਹਰਣ ਦਿੱਤੀ ਆ, ਜਿਸ ਤਰ੍ਹਾਂ ਬੈਂਕ ਦਾ ਡਰਾਫਟ ਹੈ। ਪੁਰਾਣੇ ਸਮੇਂ ਵਿੱਚ ਇੱਕ ਸ਼ਾਹੂਕਾਰ ਦੂਜੇ ਸ਼ਾਹੂਕਾਰ ਨੂੰ ਹੁੰਡੀ ਲਿਖ ਕੇ ਦਿੰਦਾ ਸੀ। ਜੇ 10 ਕਰੋੜ ਦੀ ਜਾਂ 10 ਲੱਖ ਦੀ ਹੁੰਡੀ ਲਿਖੀ ਹੈ, ਆਮ ਮਨੁੱਖ ਅਨਪੜ੍ਹ ਦੇ ਹੱਥ ਵਿੱਚ ਆ ਜਾਵੇ,
ਕੋਈ ਬੱਚੇ ਦੇ ਹੱਥ ਵਿੱਚ ਆ ਜਾਵੇ ਉਹਨੂੰ ਕੋਈ ਕਦਰ ਨਹੀਂ, ਉਸ ਨੂੰ ਫਾੜ ਸਕਦਾ, ਗਾਰ ਵਿੱਚ ਸਿੱਟ ਕੇ ਉਹਨੂੰ ਜਾਇਆ ਕਰ ਸਕਦਾ। ਪਰ ਉਹ ਛੋਟਾ ਜਿਹਾ ਕਾਗਜ਼ ਮਨੁੱਖ ਲੈ ਕੇ ਬੈਂਕ ਡਰਾਫਟ ਦਾ ਜਦੋਂ ਬੈਂਕ ਵਿੱਚ ਜਾਂਦਾ ਹੈ, ਜਦੋਂ 10-20 ਲੱਖ ਰੁਪਈਆ ਮਿਲਦਾ, ਘਰ-ਬਾਰ ਦੌਲਤ ਦੇ ਨਾਲ ਭਰ ਜਾਂਦਾ ਹੈ, ਮਨੁੱਖ ਬੜਾ ਹੈਰਾਨ ਹੁੰਦਾ ਹੈ ਕਿ ਛੋਟੇ ਜਿਹੇ ਕਾਗਜ਼ ਦੇ ਖਜ਼ਾਨੇ ਵਿੱਚ ਕਿੰਨੀ ਮਾਇਆ ਮਿਲ ਗਈ ਹੈ। ਇੱਕ ਹੋਰ ਤੀਸਰੀ ਉਦਾਹਰਣ ਦਿੱਤੀ ਹੈ। ਬੋਹੜ ਦਾ ਦਰਖਤ ਬਹੁਤ ਵੱਡਾ ਹੁੰਦਾ, ਕਈਆਂ ਕਨਾਲਾਂ ਵਿੱਚ ਖਲਾਰ ਕਰਦਾ ਹੈ, ਪਰ ਉਹਦਾ ਬੀਜ ਬੜਾ ਸੂਖਮ ਜਿਹਾ ਹੁੰਦਾ ਹੈ। ਹੱਥ ਦੀ ਤਲੀ ਉੱਤੇ ਰੱਖ ਕੇ ਕਿਸੇ ਨੂੰ ਦੱਸਿਆ ਜਾਵੇ ਕਿ ਆਹ ਛੋਟੇ ਜਿਹੇ ਮਹੀਨ ਬੀਜ ਦੇ ਵਿੱਚ ਬੋਹੜ ਦਾ ਦਰਖਤ ਲੁਕਿਆ ਹੋਇਆ, ਉਹ ਯਕੀਨ ਨਹੀਂ ਕਰਦਾ। ਪਰ ਜਦੋਂ ਉਹ ਛੋਟੇ ਜਿਹੇ ਬੀਜ ਨੂੰ ਧਰਤੀ ਵਿੱਚ ਬੀਜਿਆ ਜਾਂਦਾ, ਉਹਦੀ ਹਿਫਾਜ਼ਤ ਕੀਤੀ ਜਾਂਦੀ ਹੈ, ਪਾਣੀ ਦਿੱਤਾ ਜਾਂਦਾ, ਜਦੋਂ ਉਹ ਫਿਰ ਵਿਸਤਾਰ ਕਰਦਾ, ਫਿਰ ਜਾ ਕੇ ਮਨੁੱਖ ਹੈਰਾਨ ਹੁੰਦਾ ਛੋਟੇ ਜਿਹੇ ਬੀਜ ਦੇ ਵਿੱਚ ਕਿੱਡਾ ਵੱਡਾ ਬੋਹੜ ਦਾ ਦਰਖਤ ਲੁਕਿਆ ਹੋਇਆ ਸੀ। ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ 3 ਉਦਾਹਰਣਾਂ ਦਿੱਤੀਆਂ, ਅਖੀਰ ਵਿੱਚ ਨਾਮ ਦੀ ਮਹਾਨਤਾ ਦੱਸੀ ਆ। ਕਹਿੰਦੇ ਸੰਸਾਰ ਦੇ ਵਿੱਚ ਨਾਮ ਦੀ ਕੀਮਤ ਨੂੰ ਕੋਈ ਜਾਣ ਨਹੀਂ ਸਕਦਾ। ਜਿਵੇਂ ਹੀਰੇ ਦੀ ਕੀਮਤ ਦਾ ਪਤਾ ਜੌਹਰੀ ਦੀ ਦੁਕਾਨ ਉੱਤੇ ਜਾ ਕੇ ਲੱਗਦਾ, ਬੈਂਕ ਡਰਾਫਟ ਦੀ ਕੀਮਤ ਦਾ ਪਤਾ ਬੈਂਕ ਵਿੱਚ ਜਾ ਕੇ ਲੱਗਦਾ, ਬੋਹੜ ਦੇ ਬੀਜ ਦੀ ਮਹਾਨਤਾ ਦਾ ਪਤਾ ਧਰਤੀ ਵਿੱਚ ਬੀਜਣ ਨਾਲ ਲੱਗਦਾ, ਤਿਵੇਂ ਜੋ ਆਪਾਂ ਵਾਹਿਗੁਰੂ 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 ਗੁਰਮੰਤਰ ਦਾ ਜਾਪ ਕਰਦੇ ਹਾਂ, ਇਹਦਾ ਅਸਲੀ ਮਹਾਤਮ ਜਿਹੜਾ ਜਦੋਂ ਜੀਵ ਆਤਮਾ ਪ੍ਰਮਾਤਮਾ ਦੇ ਦਰਗਾਹ ਵਿੱਚ ਜਾਂਦੀ ਹੈ, ਤਦੋਂ ਇਸ ਜਪੇ ਹੋਏ ਨਾਮ ਦਾ ਮੁੱਲ ਦਾ ਪਤਾ ਲੱਗਦਾ। ਭਾਈ ਸਾਹਿਬ ਜੀ ਦੀਆਂ ਪੰਕਤੀਆਂ ਹਨ, ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਾਰ ਬਾਂਧੇ ਹੁੰਡੀ ਲਗਤ ਨਾ ਕਛੂ ਭਾਰ, ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਜੈਸੇ ਬਾੜ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਵਦ ਕਰੇ ਬਿਰਖਾ ਵਿਸਤਾਰ ਜੀ। ਤੈਸੇ ਹੁਣ ਨਾਮ ਦੀ ਮਹਾਨਤਾ ਦੱਸਣ ਲੱਗੇ ਆ। ਕਹਿੰਦੇ ਤੈਸੇ ਗੁਰ ਵਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਜਦੋਂ ਨਾਮ ਜਪਣ ਵਾਲਾ ਮਨੁੱਖ ਨਾਮ ਦੀ ਰਾਸ ਨਾਮ ਦੀ ਪੂੰਜੀ ਲੈ ਕੇ ਪ੍ਰਭੂ ਦੀ ਦਰਗਾਹ ਵਿੱਚ ਜਾਂਦਾ ਹੈ, ਤੇ ਫਿਰ ਆਪਾਂ ਰੋਜ਼ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਸਤਿਗੁਰਾਂ ਨੇ ਪ੍ਰੇਰਨਾ ਵੀ ਦਿੱਤੀ ਹੈ ਕਿ ਨਾਮ ਵਿੱਚ ਬਹੁਤ ਵੱਡੀ ਮਹਾਨਤਾ ਆ, ਕਿ ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਤੇ ਫਲ ਕੀ ਮਿਲੇਗਾ? ਸੰਗੀ ਸਾਥੀ ਸਗਲ ਤਰਾਈ। ਤੇਰੇ ਸੰਗੀ ਸਾਥੀ ਵੀ ਤਰ ਜਾਣਗੇ, ਤੂੰ ਆਪ ਤੇ ਤਰਨਾ ਹੀ ਹੈ। ਤਾਂ ਤੇ ਭਾਈ ਮਰਦਾਨੇ ਦੀ ਸਾਖੀ ਤੁਸੀਂ ਆਮ ਸਰਵਣ ਕੀਤੀ ਹੈ। ਲਾਲ ਦੀ ਕੀਮਤ ਪਾਉਣ ਵਾਸਤੇ ਗਿਆ, ਕੋਈ 2 ਸਿਰ ਫਲ ਦਿੰਦਾ ਸੀ, ਕੋਈ 10 ਸਿਰ ਸਿੱਧਾ ਦਿੰਦਾ ਸੀ, ਕੋਈ ਇਸੇ ਪ੍ਰਕਾਰ 2 ਕੱਪੜੇ 2 ਕੁੜਤਿਆਂ ਦਾ ਕੱਪੜਾ ਦਿੰਦਾ ਸੀ। ਜਦੋਂ ਸਾਲਸਰਾਏ ਜੌਹਰੀ ਦੀ ਦੁਕਾਨ ਉੱਤੇ ਗਿਆ, ਉਸ ਨੇ ਲਾਲ ਦੇ ਦਰਸ਼ਨ ਕੀਤੇ, 101 ਰੁਪਈਆ ਭੇਟਾ ਤੇ ਮੁੱਲ ਤੋਂ ਅਮੁੱਲ ਦੱਸਣਾ ਕੀਤਾ। ਤਾਂ ਤੇ ਇਸੇ ਪ੍ਰਕਾਰ ਗੁਰੂ ਮਹਾਰਾਜ ਕਿਰਪਾ ਕਰਨ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਦੇ ਤਾਰਨ ਵਾਸਤੇ ਬਾਬਾ ਪੈਂਦਾ ਸੱਚਖੰਡ 9 ਨਿਧ ਨਾਮ ਗਰੀਬੀ ਪਾਈ 2 ਵਸਤੂਆਂ ਲਿਆਂਦੀਆਂ। ਜੋ ਇਹਨਾਂ ਦਾ ਧਾਰਨੀ ਬਣ ਜਾਂਦਾ, ਫਿਰ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ। ਉਹਨੂੰ ਫਿਰ 5 ਪ੍ਰਵਾਨ 5 ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ। ਗੁਰੂ ਚਰਨਾਂ ਵਿੱਚ ਅਰਦਾਸ ਹੈ, ਜੋ ਸ਼੍ਰੀਮਾਨ ਸੰਤ ਬਾਬਾ ਆਪਣੇ ਬਾਬਾ ਅਮੀਰ ਸਿੰਘ ਹੋਰਾਂ ਨੇ ਹਰ ਸਾਲ ਦੀ ਤਰ੍ਹਾਂ ਇਹ ਉਦਮ ਕੀਤਾ, ਔਰ ਨਾਲ ਸਿਮਰਨ ਨੂੰ ਮੁੱਖ ਰੱਖਣਾ ਕੀਤਾ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਇਹੋ ਜਿਹੀਆਂ ਗੁਰਮਤਿ ਟਕਸਾਲਾਂ ਨੂੰ ਸਤਿਗੁਰੂ ਜੀ ਕਿਰਪਾ ਕਰਨ, ਸਦੀਵ ਕਾਲ ਚੜ੍ਹਦੀਆਂ ਕਲਾਂ ਪ੍ਰਦਾਨ ਕਰਨ,
ਤਾਂ ਜੋ ਇਹੋ ਜਿਹੇ ਅਸਥਾਨਾਂ ਉੱਤੇ ਜੋ ਸਾਡੀ ਕੀਰਤਨ ਦੀ ਪਰੰਪਰਾ ਜਿੱਥੇ ਉਹ ਮੁੜ ਸੁਰਜੀਤ ਹੋਵੇ, ਤੇ ਨਾਲ ਆਪਾਂ ਸਾਰੇ ਇਹਨਾਂ ਦੀ ਸੰਗਤ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀਏ ਤੇ ਸਾਡਾ ਜੀਵਨ ਬਣ ਜਾਏ ਊਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾ। ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਉਸ ਮਾਲਕ ਦੀ ਯਾਦ ਵਿੱਚ ਸਾਡਾ ਜੀਵਨ ਬਤੀਤ ਹੋਵੇ, ਫਿਰ ਸਾਡਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ, ਤੇ ਫਿਰ ਸਫਲ ਪਈ ਸਫਲ ਯਾਤਰਾ। ਆਵਣ ਜਾਣ ਰਹੇ ਮਿਲੇ ਸਾਧਾ। ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਉੱਥੇ ਸ਼੍ਰੀਮਾਨ ਸੰਤ ਬਾਬਾ ਆਮੀਰ ਸਿੰਘ ਜੀ ਜਵੱਦੀ ਟਕਸਾਲ ਦੇ ਮੁਖੀ ਜੋ ਹਨ, ਉਹਨਾਂ ਦਾ ਧੰਨਵਾਦ। ਆਪ ਸਮੂਹ ਸੰਗਤ ਦਾ ਧੰਨਵਾਦ, ਜਿਨ੍ਹਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤਾ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।